Students, Sudarshan Kaur lecture English speaking. Let us start the point. The road not taken is written by Robert Frost. Robert Frost was born in San Francisco, California on March 26, 1874. Robert Frost ਦਾ ਜਨਮ ਸੈਨ ਫਰਾਂਸਿਸਕੋ ਕੈਲੀਫੋਰਨੀਆ ਵਿੱਚ 20 ਮਾਰਚ 1874 ਵਿੱਚ ਹੋਇਆ. He lost his father quite early in life and had to live in an alien environment in New Hampshire. ਉਸਦੇ ਪਿਤਾ ਜੀ ਦੀ ਜਲਦੀ ਮੌਤ ਹੋ ਗਈ ਅਤੇ ਉਸਨੂੰ ਇੱਕ ਅਣਦੇਖੇ ਵਾਤਾਵਰਣ ਦੇ ਵਿੱਚ ਨਿਊ ਹੈਮਸ਼ਾਇਰ ਵਿੱਚ ਜੀਵਨ ਬਤੀਤ ਕਰਨਾ ਪਿਆ. In 1912, he and his family moved to England where he published his first book of verse of Boysville. 1912 ਵਿੱਚ ਉਹ ਅਤੇ ਉਸਦਾ ਪਰਿਵਾਰ ਇੰਗਲੈਂਡ ਚਲੇ ਗਏ ਜਿੱਥੇ ਉਸਨੇ ਆਪਣੀ ਪਹਿਲੀ ਕਿਤਾਬ ਜਿਹੜੀ ਕਿ ਕਵਿਤਾਵਾਂ ਦੀ ਸੀ ਬॉयਜ਼ਵਿਲ ਪਬਲਿਸ਼ ਕੀਤੀ. The collection was well received and was soon followed by another collection of poems north of Boston. ਜਲਦੀ ਹੀ ਉਸਨੇ north of Boston ਲਿਖੀ. In 1915 he returned to the USA. 1915 ਵਿੱਚ ਉਹ USA ਵਾਪਸ ਆ ਗਏ and settled on a farm in New Hampshire. ਅਤੇ ਇੱਕ ਇਸੇ ਜਗ੍ਹਾ ਦੇ ਉੱਪਰ ਹੈਮਸ਼ਾਇਰ ਦੇ ਵਿੱਚ ਨਵੇਂ ਫਾਰਮ ਤੇ ਸੈਟਲ ਹੋ ਗਏ. In 1961 he was specially invited to recite his patriotic poem The Gift Outright. ਇਸ ਨੂੰ ਬੋਲਣ ਦੇ ਵਾਸਤੇ ਜਿਹੜੀ ਕਿ ਪੈਟਰੀਓਟਿਕ ਪੋਇਮ ਸੀ ਉਹਨੂੰ ਸਪੈਸ਼ਲੀ ਇਨਵਾਈਟ ਕੀਤਾ ਗਿਆ ਵੈਨ ਪ੍ਰੈਜ਼ੀਡੈਂਟ ਕੈਨੇਡੀ ਟੂਕ ਆਫਿਸ, ਜਦੋਂ ਕਿ ਰਾਸ਼ਟਰਪਤੀ ਕੈਨੇਡੀ ਨੇ ਆਪਣਾ ਅਹੁਦਾ ਸੰਭਾਲਿਆ. ਹੀ ਡਾਈਡ ਇਨ 1963. 1963 ਵਿੱਚ ਉਹਨਾਂ ਦੀ ਮੌਤ ਹੋ ਗਈ. ਫਰੋਸਟ ਇਜ਼ ਰਿਗਾਰਡਡ ਐਜ਼ ਅ ਗ੍ਰੇਟ ਨੇਚਰ ਪੋਇਟ ਐਂਡ ਲਾਈਕ ਵਰਡਸਵਰਥ ਰੋਟ ਅਬਾਊਟ ਨੇਚਰ ਐਜ਼ ਹੀ ਸਾ ਇਟ ਇਨ ਅ ਪਾਰਟੀਕੂਲਰ ਡਿਸਟ੍ਰਿਕਟ. ਫਰੋਸਟ ਨੂੰ ਵੀ ਨੇਚਰ ਦੇ ਪੋਇਟ ਦੇ ਤੌਰ 'ਤੇ ਵਰਡਸਵਰਥ ਦੀ ਤਰ੍ਹਾਂ ਉਸਨੇ ਵੀ ਕੁਦਰਤ ਬਾਰੇ ਬਹੁਤ ਕੁਝ ਲਿਖਿਆ ਜਿਹੜੀਆਂ ਕਿ ਉਸਨੇ ਇੱਕ ਪਾਰਟੀਕੂਲਰ ਡਿਸਟ੍ਰਿਕਟ ਦੇ ਵਿੱਚ ਦੇਖੀਆਂ. ਬਟ ਕੰਪੇਅਰ ਟੂ ਵਰਡਸਵਰਥ ਫਰੋਸਟ ਟ੍ਰੀਟਮੈਂਟ ਆਫ ਨੇਚਰ ਇਜ਼ ਮੋਰ ਰੀਅਲਿਸਟਿਕ. ਪਰ ਵਰਡਸਵਰਥ ਦੀ ਤੁਲਨਾ ਵਿੱਚ ਫਰੋਸਟ ਦਾ ਨੇਚਰ ਪ੍ਰਤੀ ਵਤੀਰਾ ਯਥਾਰਥਵਾਦੀ. ਹੀ ਆਫਨ ਇੰਪਲਾਈਜ਼ ਦਾ ਸਿੰਪਲ ਕਲੋਕੀਅਲ ਲੈਂਗੁਏਜ ਆਫ ਦਾ ਕੰਟਰੀ ਫੋਕ. ਉਹ ਆਮ ਤੌਰ 'ਤੇ ਪਿੰਡ ਦੇ ਲੋਕਾਂ ਦੀ ਸਧਾਰਨ ਭਾਸ਼ਾ ਵਰਤਦਾ ਵਿਚ ਅਪੀਲਸ ਟੂ ਦਾ ਆਰਡੀਨਰੀ ਰੀਡਰਸ, ਜਿਹੜੀ ਕਿ ਸਧਾਰਨ ਪਾਠਕਾਂ ਨੂੰ ਚੰਗੀ ਲੱਗਦੀ. ਬਟ ਦਾ ਐਪਰੈਂਟ ਸਿੰਪਲਿਸਿਟੀ ਆਫ ਹਿਸ ਵਰਸ ਇਜ਼ ਡਿਸੈਪਟਿਵ. ਬਟ ਜਿਹੜੀ ਉਸਦੀ ਦੇਖਣ ਵਾਲੀ ਸਧਾਰਨਤਾ ਉਸਦੀਆਂ ਕਵਿਤਾਵਾਂ ਦੀ ਉਹ ਛੁਪੀ ਹੋਈ ਹੈ. ਉਹ ਸੈਟਰ ਉਸਦੀਆਂ ਪੁਆਇੰਟ ਡਿਫੀਨਲ ਐਨਾਲਾਈਜ਼ ਕਰਨ ਨੂੰ ਵਿਸ਼ਲੇਸ਼ਣ ਕਰਨਾ ਔਖਾ ਹੈ, ਗੁੰਝਲਦਾਰ ਹੈ ਐਂਡ ਹੈਵ ਅ ਰਿਚ ਟੈਕਸਚਰ ਅਤੇ ਬਹੁਤ ਚੰਗੀ ਸ਼ੈਲੀ ਵਰਤੀ ਹੈ. ਹੀ ਡਿਵੈਲਪ ਦਾ ਫਾਈਨ ਆਰਟ ਆਫ ਸਟੇਟਿੰਗ ਸੀਰੀਅਸ ਫਿਲੋਸਫੀਕਲ ਇਸ਼ੂਜ਼ ਇਨ ਦਾ ਸਿੰਪਲੈਸਟ ਪੋਸੀਬਲ ਲੈਂਗੁਏਜ. ਅਤੇ ਉਸਨੇ ਬਹੁਤ ਵਧੀਆ ਉਸਦੇ ਵਿੱਚ ਆਰਟ ਸੀ ਕਿ ਉਹ ਫਿਲੋਸਫੀਕਲ ਇਸ਼ੂ ਨੂੰ ਸਧਾਰਨ ਭਾਸ਼ਾ ਦੇ ਵਿੱਚ ਦੱਸ ਸਕਦਾ ਸੀ. ਹਿਸ ਲਿਟਰੇਰੀ ਮੈਰਿਟਸ ਹੈਵ ਅਰਨਡ ਹਿਮ ਅ ਪਲੇਸ ਆਫ ਡਿਸਟਿੰਕਸ਼ਨ ਐਜ਼ ਅ ਮੇਜਰ ਅਮਰੀਕਨ ਪੋਇਟ ਆਫ ਦਾ 20th ਸੈਂਚਰੀ. ਉਸਦੇ ਲਿਟਰੇਰੀ ਗੁਣਾਂ ਦੇ ਕਰਕੇ ਉਹ ਅਮਰੀਕਾ ਦਾ ਇੱਕ 20ਵੀਂ ਸਦੀ ਦਾ ਇੱਕ ਮੇਜਰ ਪੋਇਟ ਹੈ. ਇੰਟਰੋਡਕਸ਼ਨ ਟੂ ਦਾ ਪੋਇਮ ਐਂਡ ਦਿਸ ਮੇ ਆਲਸੋ ਬੀ ਕੰਸੀਡਰਡ ਐਜ਼ ਦਾ ਸੈਂਟਰਲ ਆਈਡੀਆ ਆਫ ਦਾ road not taken is one of the finest and most popular lyrics of Robert Frost. Not taken एक बहुत प्रसिद्ध कविता है. It was collected by Robert Frost in the volume of verses entitled Mountain Interval in 1916. 1916 Mountain Interval volume ਦੇ ਵਿੱਚ ਇਸ ਨੂੰ ਸੰਗ੍ਰਹਿਤ ਕੀਤਾ ਗਿਆ. It was first published in August 1915 issue of the Atlantic Monthly. Yeah, the poet tells us that once while traveling alone, ਇੱਥੇ ਕਵੀ ਦੱਸਦਾ ਹੈ ਕਿ he reached a point, ਉਹ ਇਸ ਜਗ੍ਹਾ 'ਤੇ ਚਲਾ ਜਾਂਦਾ ਵੇਅਰ ਦਾ ਰੋਡ ਡਾਈਵਰਸਡ ਇਨਟੂ 2 ਡਿਫਰੈਂਟ ਡਾਇਰੈਕਸ਼ਨ. ਡਾਈਵਰਸ ਮੀਨਿੰਗ ਵੰਡੇ ਜਾਣਾ, ਜਿੱਥੇ ਕਿ ਸੜਕ 2 ਅਲੱਗ-ਅਲੱਗ ਦਿਸ਼ਾਵਾਂ ਵਿੱਚ ਵੰਡੀ ਜਾਂਦੀ ਹੈ. ਹੀ ਵਾਜ਼ ਇਨ ਅ ਕੁਆਂਡਰੀ ਐਜ਼ ਹੀ ਵਾਜ਼ ਨਾਟ ਏਬਲ ਟੂ ਡਿਸਾਈਡ. ਉਹ ਅਨਸਰਟਨਟੀ ਦੇ ਵਿੱਚ ਸੀਗਾ, ਨਿਸ਼ਚਿਤ ਨਹੀਂ ਸੀ ਕਿਉਂਕਿ ਉਹ ਫੈਸਲਾ ਨਹੀਂ ਕਰ ਸਕਦਾ ਸੀ ਵਿਚ ਰੋਡ ਟੂ ਟੇਕ ਕਿ ਕਿਹੜਾ ਰਸਤਾ ਲਵੇ. ਅਲਟੀਮੇਟਲੀ ਡਿਸਾਈਡ ਟੂ ਮੂਵ ਅਹੈਡ ਔਨ ਦਾ ਰੋਡ ਵਿਚ ਵਾਜ਼ ਲੈਸ ਟਰੈਵਲਡ. ਅੰਤ ਵਿੱਚ ਉਹ ਫੈਸਲਾ ਕਰਦਾ ਉਸ ਰਸਤੇ 'ਤੇ ਜਾਏਗਾ ਜਿਹੜਾ ਘੱਟ ਚੱਲਿਆ ਗਿਆ. ਦਿਸ ਚੋਇਸ ਮੇਡ ਆਲ ਦਾ ਡਿਫਰੈਂਸ. ਅਤੇ ਸਾਰਾ ਫਰਕ ਇਸੇ ਨਿਰਣੇ ਕਰਕੇ ਪਿਆ. ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ ਥੀਮ ਇਨ ਕੰਟੈਕਸਟ ਟੂ ਅਵਰ ਲਾਈਫ ਆਲਸੋ. tells us that the decisions taken by us have lifelong impact. Let us start the poem. Two roads diverged in a shallow wood. ਕਵੀ ਦੱਸਦਾ ਹੈ ਕਿ ਇੱਕ ਵਾਰ ਉਹ ਯਾਤਰਾ ਕਰ ਰਿਹਾ, ਉਸ ਮੁਕਾਮ 'ਤੇ ਪਹੁੰਚ ਗਿਆ ਜਿੱਥੇ ਸੜਕ 2 ਭਾਗਾਂ ਵਿੱਚ ਵੰਡੀ ਗਈ ਅਤੇ ਕੁਝ ਦੂਰੀ ਤੋਂ ਬਾਅਦ ਇੱਕ ਪੀਲੇ ਦਰੱਖਤਾਂ ਵਿੱਚ ਅਦ੍ਰਿਸ਼ ਹੋ ਗਈਆਂ. ਐਂਡ ਕਵੀ ਨਿਰਾਸ਼ ਸੀ ਕਿ ਉਹ ਇਕੱਲਾ ਹੋਣ ਕਰਕੇ ਦੋਨਾਂ ਸੜਕਾਂ ਦੇ ਉੱਪਰ ਯਾਤਰਾ ਨਹੀਂ ਕਰ ਸਕਦਾ. ਲੌਂਗ ਆਈ ਸਟੂਡ ਐਂਡ ਲੁੱਕ ਡਾਊਨ ਵਨ ਐਜ਼ ਫਾਰ ਐਜ਼ ਆਈ ਕੁਡ. ਮੈਂ ਖੜ੍ਹਾ ਰਿਹਾ ਅਤੇ ਦੇਖਿਆ ਕਿ ਅੰਤ ਵਿੱਚ ਇਹਨਾਂ ਵਿੱਚੋਂ ਇੱਕ ਨੂੰ ਚੁਣਨਾ ਸੀ. ਟੂ ਵੇਅਰ ਇਟ ਬੈਂਟ ਇਨ ਦਾ ਅੰਡਰ ਗਰੋਥ. ਅਤੇ ਮੈਂ ਓਨੀ ਦੂਰੀ ਤੱਕ ਇਸ ਨੂੰ ਦੇਖਿਆ ਜਿੱਥੇ ਝੁਕੀ ਹੋਈ ਸੀ ਅਤੇ ਇਹ ਝਾੜੀਆਂ ਤੱਕ ਜਾਂਦੀ. ਬੁਸ਼ਿਸ ਦੈਟ ਗਰੋ ਅੰਡਰ ਟਰੀਜ਼. then took the other
ਵੱਖਰੀ ਸੜਕ ਵੱਲ ਦੇਖਿਆ। ਐਜ਼ ਜਸਟ ਐਜ਼ ਫੇਅਰ ਐਂਡ ਹੈਵਿੰਗ ਪਰਹੈਪਸ ਦਾ ਬੈਟਰ ਕਲੇਮ। ਮੈਂ ਉਸਨੂੰ ਓਨੇ ਹੀ ਨਿਰਣਾਇਕ ਤਰੀਕੇ ਨਾਲ ਦੇਖਿਆ ਜਿੰਨਾ ਮੈਂ ਵਧੀਆ ਤਰੀਕੇ ਨਾਲ ਦੇਖ ਸਕਦਾ ਸੀ, ਅਤੇ ਸ਼ਾਇਦ ਇਹੀ ਜ਼ਿਆਦਾ ਵਧੀਆ ਦਾਅਵਾ ਸੀ। ਬਿਕਾਜ਼ ਇਟ ਵਾਜ਼ ਗ੍ਰਾਸੀ ਐਂਡ ਵਾਂਟਡ ਵੀਅਰ, ਕਿਉਂਕਿ ਇਸ ਦੇ ਉੱਪਰ ਹਰੀ ਘਾਹ ਸੀ। ਇਹ ਸੜਕ ਚਾਹੁੰਦੀ ਸੀ ਕਿ ਇਸ ਦੇ ਉੱਪਰ ਚੱਲਿਆ ਜਾਵੇ। ਦੋ ਐਜ਼ ਫਾਰ ਦੈਟ ਦਾ ਪਾਸਿੰਗ ਦੇਅਰ ਹੈਡ ਵਾਰਨ ਦੈਮ ਰੀਅਲੀ ਅਬਾਊਟ ਦਾ ਸੇਮ। ਪਰ ਜਿੱਥੋਂ ਤੱਕ ਇੱਥੋਂ ਦੇ ਲੋਕਾਂ ਦੇ ਲੰਘਣ ਦਾ ਸੰਬੰਧ ਸੀ, ਇਹ ਦੋਨੋਂ ਹੀ ਇੱਕ ਸਮਾਨ ਨਾਲ ਚੱਲੀਆਂ ਹੋਈਆਂ ਸੜਕਾਂ ਸਨ। Now there are two ways for the poet and he has to decide to which he has to go. And both that morning equally lay in leaves, no step had trodden black. He again explains the appearance of both the roads. Roads were equally covered with leaves that morning. ਕਿ ਪੱਤਿਆਂ ਦੇ ਨਾਲ ਉਹ ਬਰਾਬਰ ਢਕੀਆਂ ਹੋਈਆਂ ਸਨ। No step had trodden black. ਇਨਸਾਨ ਦੇ ਪੈਰਾਂ ਦੇ ਉੱਥੇ ਨਿਸ਼ਾਨ ਨਹੀਂ ਸਨ। Oh, I kept the first for another day. The poet kept the first road reserved for another day. ਕਿ ਪਹਿਲੀ ਸੜਕ ਜਿਹੜੀ ਸੀ ਉਹ ਟਾਈਮ ਦੇ ਲਈ ਰੱਖ ਲਈ। Yet knowing how we leads on to way, ਉਹ ਜਾਣਦਾ ਸੀ ਕਿ ਕਿਸ ਤਰ੍ਹਾਂ ਇਹ ਰਸਤਾ ਦੂਸਰੇ ਪਾਸੇ ਲੈ ਜਾਏਗਾ। I doubted if I should ever come back. ਅਤੇ ਉਸਨੂੰ ਇਹ ਵੀ ਯਕੀਨ ਨਹੀਂ ਸੀ ਕਿ ਉਹ ਕਦੀ ਵਾਪਸ ਆਏਗਾ। So he had decided to choose the one road. I shall be telling this with a sigh. ਮੈਂ ਇੱਕ ਹੋਕੇ ਨਾਲ ਇਹ ਗੱਲ ਕਹਿ ਰਿਹਾ। Some ages and ages hence, ਕਈ ਵਾਰ ਤੇ ਆਉਣ ਵਾਲੇ ਸਮੇਂ ਤੱਕ, two roads diverged in a wood, ਅਤੇ ਦੋ ਜਿਹੜੇ ਦਿਸ਼ਾਵਾਂ ਵਿੱਚ ਸੜਕ ਵੰਡੀ ਗਈ। ਐਂਡ ਆਈ ਟੁੱਕ ਦਾ ਵਨ ਲੈਸ ਟਰੈਵਲਡ ਬਾਈ। ਉਹ ਰਸਤਾ ਅਖਤਿਆਰ ਕੀਤਾ ਜਿਹੜਾ ਕਿ ਘੱਟ ਚੱਲਿਆ ਗਿਆ ਸੀ। ਐਂਡ ਦੈਟ ਹੈਜ਼ ਮੇਡ ਆਲ ਦਾ ਡਿਫਰੈਂਸ। ਐਂਡ ਇਟਸ ਦਾ ਡਿਸੀਜ਼ਨ ਦੈਟ ਵੀ ਟੇਕ ਦੈਟ ਇਫੈਕਟਸ ਅਵਰ ਹੋਲ ਲਾਈਫ। ਕਿ ਸਾਡੇ ਸਾਰੇ ਜੀਵਨ ਨੂੰ ਸਾਡਾ ਡਿਸੀਜ਼ਨ ਪ੍ਰਭਾਵਿਤ ਕਰਦਾ ਹੈ। And the poem is based on the problem of choice. This choice has made all the changes in his life. Ultimately, the decision to move ahead the road which was less traveled was taken by the poet, and this choice has made all the changes in his life. And so you have to keep in mind these lines, and the central idea of the poem lies in both these two lines, that the decision taken by the poet and the ways less taken that were not travelled by other people, that and the profession that was not chosen by other people affected his whole life. And this choice has made all the changes in his life. And now you have to answer the questions that follow. Name the poet. Is Robert Frost. What does the poet see in front of him? The poet see in front of him two roads diverged in a yellow wood. What's the poet's sorry about? The poet is sorry about that he couldn't travel both the roads. And this is answer to C. And this is answer for the B. And what's the symbolic meaning of two different paths? Which path did the poet choose to travel? The poet chose to travel the less traveled path. What does the poet mean by the word difference in the last line? The poet's choice of the road has influenced his future as his spiritual course. Is the poet doubtful about his decision? The poet is not doubtful at all about his decision. Justify the title of the poem The Road Not Taken. The title Road Not Taken is correct because the poet gives his reason why he took one road which was less traveled and rejected the other. The road not taken is justified as it tells the truth. Road we decide to travel or the decision we take in our lasting life has an everlasting impact on our future. And students, another important question, the figure of speech of this poem is irony, and you have to keep it in mind and hope it will be helpful. And thanks a lot to all of you.